ਪਿਆਰੇ ਵਿਦਿਆਰਥੀਓ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਸੁਰਿੰਦਰ ਸਿੰਘ, ਲੈਕਚਰਾਰ ਸ੍ਰੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬ ਵਾਲੀ ਰੁੜਿਆਲੀ ਤੋਂ ਤੁਹਾਡਾ ਸਵਾਗਤ ਕਰਦਾ ਹਾਂ। ਸੋ ਅੱਜ ਅਸੀਂ ਕਰਨ ਜਾ ਰਹੇ ਹਾਂ 12ਵੀਂ ਜਮਾਤ ਦਾ ਪਾਠ ਤੀਜਾ, ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ, ਆਕੂਪੇਸ਼ਨਸ ਐਂਡ ਸਪੋਰਟਸ ਅਵਾਰਡ ਇਨ ਫਿਜ਼ੀਕਲ ਐਜੂਕੇਸ਼ਨ। ਬਹੁਤ ਲੰਬੇ ਸਮੇਂ ਦੀ ਕੋਸ਼ਿਸ਼ ਤੋਂ ਬਾਅਦ ਬਾਕੀ ਵਿਸ਼ਿਆਂ ਵਾਂਗ ਸਰੀਰਕ ਸਿੱਖਿਆ ਨੂੰ ਵੀ ਸਕੂਲਾਂ ਦੇ ਪਾਠਕ੍ਰਮ ਦੇ ਵਿੱਚ ਤਕਰੀਬਨ 1920 ਈਸਵੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਉਸ ਸਮੇਂ ਸਿਖਲਾਈ ਦੇਣ ਦੇ ਲਈ ਸਰੀਰਕ ਸਿੱਖਿਆ ਜਿਹੜੇ ਅਧਿਆਪਕ ਆ ਉਹ ਨਹੀਂ ਹੋਇਆ ਕਰਦੇ ਸਨ। ਸੋ ਇਹ ਜ਼ਿੰਮੇਵਾਰੀ ਫੌਜ ਵਿੱਚੋਂ ਸੇਵਾ ਮੁਕਤ ਹੋਏ ਫੌਜੀ ਜਾਂ ਕਿਸੇ ਚੰਗੇ ਜਿਮਨਾਸਟਰ ਦੀ ਹੋਇਆ ਕਰਦੀ ਸੀ, ਜੋ ਕਿ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਸਰੀਰਕ ਕਿਰਿਆਵਾਂ ਕਰਨ ਦੇ ਲਈ ਉਤਸ਼ਾਹਿਤ ਕਰਦੇ ਸਨ। ਕਿਉਂਕਿ ਜਦੋਂ ਅੰਗਰੇਜ਼ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਆਏ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਲਈ ਪੂਰੇ ਭਾਰਤ ਦੇ ਵਿੱਚ ਅੰਗਰੇਜ਼ੀ ਸਕੂਲ ਖੋਲ੍ਹੇ। ਸੋ HC ਬੱਕ ਦੀ ਕੋਸ਼ਿਸ਼ ਸਦਕਾ 1920 ਈਸਵੀ ਵਿੱਚ YMCA ਯੰਗ ਮੈਨ ਕ੍ਰਿਸਚਨ ਐਸੋਸੀਏਸ਼ਨ ਮਦਰਾਸ ਦੇ ਵਿੱਚ ਸਰੀਰਕ ਸਿਖਲਾਈ ਦੇਣ ਦੇ ਲਈ ਇਸ ਦੀ ਸਥਾਪਨਾ ਕੀਤੀ ਗਈ। ਸੋ ਇਸ ਕਰਕੇ ਹੀ HC ਬੱਕ ਨੂੰ ਭਾਰਤ ਦੇ ਵਿੱਚ ਸਰੀਰਕ ਸਿੱਖਿਆ ਦਾ ਪਿਤਾਮਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਤਕਰੀਬਨ 1924 ਦੇ ਵਿੱਚ YMCA ਸਕੂਲ ਨੂੰ ਰੋਇਆ ਪੀਠ ਚੇਨਈ ਵਿਖੇ ਤਬਦੀਲ ਕਰ ਦਿੱਤਾ ਗਿਆ। ਫਿਰ ਇਸ ਸਕੂਲ ਨੂੰ 1932 ਈਸਵੀ ਵਿੱਚ ਪੱਕੇ ਤੌਰ 'ਤੇ ਦੂਜੇ ਜ਼ਿਲ੍ਹੇ ਵਿੱਚ ਸੈਦਾਪੇਟ ਵਿਖੇ 64 ਏਕੜ ਦੇ ਵਿਸ਼ਾਲ ਕੈਂਪਸ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ ਸੀ। ਫਿਰ ਮਦਰਾਸ ਸਰਕਾਰ ਨੇ ਇਸ ਸਕੂਲ ਨੂੰ ਵਿੱਤੀ ਸਹਾਇਤਾ ਦੇ ਕੇ YMCA ਸਰੀਰਕ ਸਿੱਖਿਆ ਕਾਲਜ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਕਾਲਜ ਦੀ ਸਫਲਤਾ ਤੋਂ ਬਾਅਦ ਭਾਰਤ ਵਿੱਚ ਕਈ ਥਾਵਾਂ 'ਤੇ ਸਰੀਰਕ ਸਿੱਖਿਆ ਦੇ ਕਾਲਜ ਖੋਲ੍ਹੇ ਗਏ। ਉਸ ਸਮੇਂ ਸਿਰਫ ਸਰਟੀਫਿਕੇਟ ਕੋਰਸ ਅਤੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹੀ ਕਰਵਾਏ ਜਾਂਦੇ ਸਨ। ਜ਼ਿਆਦਾਤਰ ਇਹ ਕੋਰਸ ਸਿਰਫ 1 ਸਾਲ ਦਾ ਹੀ ਹੁੰਦਾ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ ਸਰਕਾਰੀ ਸਰੀਰਕ ਸਿੱਖਿਆ ਕਾਲਜ ਮਾਊਂਟ ਸ਼ੇਰੀ ਪਾਰਕ, ਲਾਹੌਰ, ਪਾਕਿਸਤਾਨ ਵਿਖੇ ਸਥਾਪਿਤ ਕੀਤਾ ਗਿਆ ਸੀ। ਉੱਤਰੀ ਭਾਰਤ ਵਿੱਚ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਸਿੱਖਿਅਤ ਕਰਨ ਦੇ ਵਿੱਚ ਕੋਈ ਵੀ ਸੈਂਟਰ ਨਾ ਹੋਣ ਕਰਕੇ ਤਾਰਾ ਦੇਵੀ ਸ਼ਿਮਲਾ ਵਿਖੇ 6 ਮਹੀਨੇ ਦਾ ਜਿਹੜਾ ਕੋਰਸ ਹੈ ਉਹ ਕਰਵਾਇਆ ਜਾਂਦਾ ਸੀ। 1952 ਦੇ ਵਿੱਚ ਪੰਜਾਬ ਸਰਕਾਰ ਨੇ ਰੋਪੜ ਵਿਖੇ ਸਰੀਰਕ ਸਿੱਖਿਆ ਕਾਲਜ ਸਥਾਪਿਤ ਕੀਤਾ, ਜੋ ਕਿ 1952 ਤੋਂ ਲੈ ਕੇ 1958 ਈਸਵੀ ਤੱਕ ਚੱਲਦਾ ਰਿਹਾ। ਫਿਰ ਸਰਕਾਰ ਵੱਲੋਂ 1958 ਦੇ ਵਿੱਚ ਇਸ ਕਾਲਜ ਨੂੰ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਵਿਖੇ ਪੱਕੇ ਤੌਰ 'ਤੇ ਸਥਾਪਿਤ ਕਰ ਦਿੱਤਾ ਗਿਆ। ਇਸ ਕਾਲਜ ਦੇ ਵਿੱਚ CPED 1 ਸਾਲਾ ਕੋਰਸ ਜਿਹੜਾ ਉਹ ਸ਼ੁਰੂ ਕੀਤਾ ਗਿਆ। ਹੁਣ ਇਸ ਕਾਲਜ ਦਾ ਨਾਮ ਬਦਲ ਕੇ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਰੱਖਿਆ ਗਿਆ ਹੈ। ਸਰੀਰਕ ਸਿੱਖਿਆ ਅਤੇ ਮਨੋਰੰਜਨ ਸਲਾਹਕਾਰ ਬੋਰਡ ਦੀ ਸਲਾਹ ਨਾਲ 1957 ਈਸਵੀ ਵਿੱਚ ਭਾਰਤ ਦੇ ਮਿਨਿਸਟਰੀ ਆਫ ਐਜੂਕੇਸ਼ਨ ਨਵੀਂ ਦਿੱਲੀ ਦੀ ਅਗਵਾਈ ਹੇਠ ਪਹਿਲਾ ਡਿਗਰੀ ਕਾਲਜ ਗਵਾਲੀਅਰ ਵਿਖੇ ਸਥਾਪਿਤ ਕੀਤਾ ਗਿਆ। ਇਸ ਕਾਲਜ ਦਾ ਨਾਮ ਲక్ష్ਮੀ ਬਾਈ ਸਰੀਰਕ ਸਿੱਖਿਆ ਕਾਲਜ ਗਵਾਲੀਅਰ ਰੱਖਿਆ ਗਿਆ। ਇਸ ਕਾਲਜ ਦੇ ਵਿੱਚ ਸਰੀਰਕ ਸਿੱਖਿਆ ਦਾ BPEd 3 ਸਾਲਾ ਕੋਰਸ ਵੀ ਸ਼ੁਰੂ ਕੀਤਾ ਗਿਆ। ਅੱਜ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ ਦੇ ਵਿਸ਼ੇ ਨਾਲ ਸੰਬੰਧਿਤ ਕਿੱਤਾ ਮੁਖੀ ਕੋਰਸ ਕਰਵਾ ਰਹੀਆਂ ਹਨ। ਇਹਨਾਂ ਕੋਰਸਾਂ ਨੂੰ ਕਰਨ ਉਪਰੰਤ ਵਿਦਿਆਰਥੀ ਸਰੀਰਕ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਅਧਿਆਪਕ ਦੇ ਤੌਰ 'ਤੇ, ਕੋਚ ਦੇ ਤੌਰ 'ਤੇ ਅਤੇ ਟੀਮਾਂ ਦੇ ਨਾਲ ਫਿਜ਼ੀਓਥੈਰੇਪਿਸਟ ਦੇ ਤੌਰ 'ਤੇ, ਸਾਈਕੋਲੋਜਿਸਟ ਦੇ ਤੌਰ 'ਤੇ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਨੌਕਰੀਆਂ ਕਰਨ ਦੇ ਲਈ ਯੋਗ ਹੋ ਜਾਂਦੇ ਹਨ। ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਚੱਲ ਰਹੇ ਕੋਰਸ ਉਹ ਇਸ ਤਰ੍ਹਾਂ ਹਨ। ਸੋ ਪਹਿਲਾ ਹੈ ਸਾਡੇ ਕੋਲੇ ਸਕੂਲ ਜਾਂ ਕਾਲਜ ਵਿੱਚ ਅਧਿਆਪਕ ਬਣਨ ਦੇ ਲਈ ਕੋਰਸ, ਐਲੀਜੀਬਿਲਿਟੀ ਕੋਰਸਿਸ ਫੋਰ ਸਕੂਲ ਐਂਡ ਕਾਲਜਸ ਟੀਚਰ। ਸੋ ਸਭ ਤੋਂ ਪਹਿਲਾ ਜਿਹੜਾ ਬੇਸਿਕ ਕੋਰਸ ਹੈ ਉਹ ਹੁੰਦਾ ਹੈ DPEd, ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ।
ਪਹਿਲਾ ਜਿਹੜਾ ਇਹ ਕੋਰਸ ਹੈ ਉਹ ਸਰੀਰਕ ਸਿੱਖਿਆ ਦੇ ਸਰਟੀਫਿਕੇਟ ਕੋਰਸ ਯਾਨੀ ਕਿ CPED ਦੇ ਨਾਂ ਹੇਠ ਚੱਲਦਾ ਸੀ, ਸਰਟੀਫਿਕੇਟ ਕੋਰਸ ਆਫ ਫਿਜ਼ੀਕਲ ਐਜੂਕੇਸ਼ਨ। ਇਹ ਕੋਰਸ ਮੈਟ੍ਰਿਕ ਤੋਂ ਬਾਅਦ 1 ਸਾਲ ਦਾ ਹੁੰਦਾ ਸੀ। ਇਸ ਤੋਂ ਬਾਅਦ ਇਸ ਕੋਰਸ ਨੂੰ ਬੰਦ ਕਰ ਦਿੱਤਾ ਗਿਆ। ਹੁਣ ਇਸ ਕੋਰਸ ਦਾ ਨਾਮ ਬਦਲ ਕੇ DPED ਰੱਖ ਦਿੱਤਾ ਗਿਆ ਹੈ। ਹੁਣ ਇਹ ਕੋਰਸ 12ਵੀਂ ਸ਼੍ਰੇਣੀ ਤੋਂ ਬਾਅਦ 2 ਸਾਲਾਂ ਦਾ ਕਰ ਦਿੱਤਾ ਗਿਆ ਹੈ। ਇਸ ਨਾਲ ਜਿਹੜਾ ਵਿਦਿਆਰਥੀ ਹੈ ਉਹ ਮਿਡਲ ਜਾਂ ਹਾਈ ਸਕੂਲ ਦੇ ਵਿੱਚ PTI ਅਧਿਆਪਕ ਦੇ ਤੌਰ 'ਤੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ। ਸੋ ਦਾਖਲੇ ਦੇ ਲਈ ਜਿਹੜੀਆਂ ਸ਼ਰਤਾਂ ਇਹਨਾਂ ਦੀਆਂ ਉਹ ਹੇਠ ਲਿਖੇ ਅਨੁਸਾਰ ਹਨ, ਜਿਵੇਂ ਕਿ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਵਿਦਿਆਰਥੀ ਦੀ, ਵਿਦਿਆਰਥੀ ਤੰਦਰੁਸਤ ਹੋਣਾ ਚਾਹੀਦਾ ਹੈ ਅਤੇ ਸਰੀਰਕ ਯੋਗਤਾ ਜਿਹੜਾ ਟੈਸਟ ਉਹ ਪਾਸ ਹੋਣਾ ਬਹੁਤ ਜ਼ਰੂਰੀ ਹੈ। ਆੜਾ ਭਾਗ ਹੈ BPED ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ। ਪਹਿਲਾਂ ਇਹ ਕੋਰਸ +2 ਤੋਂ ਬਾਅਦ 3 ਸਾਲਾਂ ਦਾ ਕਰਵਾਇਆ ਜਾਂਦਾ ਸੀ, ਜਿਸ ਨੂੰ BPE ਕਿਹਾ ਜਾਂਦਾ ਸੀ। NCTE ਵੱਲੋਂ ਨੈਸ਼ਨਲ ਕਾਉਂਸਲ ਫੋਰ ਟੀਚਰ ਐਜੂਕੇਸ਼ਨ ਵੱਲੋਂ ਮਾਨਤਾ ਰੱਦ ਹੋਣ ਉਪਰੰਤ ਹੁਣ ਇਹ ਕੋਰਸ ਜਿਹੜਾ ਹੈ ਉਹ 4 ਸਾਲਾਂ ਦਾ ਕਰਵਾਇਆ ਜਾਂਦਾ ਹੈ ਔਰ ਇਸ ਦਾ ਨਾਮ ਬਦਲ ਕੇ BPED ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਰੱਖਿਆ ਗਿਆ ਹੈ। ਸੋ ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਮਿਡਲ ਜਾਂ ਸੈਕੰਡਰੀ ਦੇ ਵਿੱਚ DPE ਦੀ ਅਸਾਮੀ 'ਤੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ। ਦਾਖਲੇ ਦੇ ਲਈ ਯੋਗਤਾ ਇਸ ਦੀ ਹੇਠ ਲਿਖੇ ਅਨੁਸਾਰ ਹੈ, ਜਿਵੇਂ ਕਿ BPED ਕੋਰਸ ਵਿੱਚ ਦਾਖਲੇ ਦੀਆਂ ਸ਼ਰਤਾਂ DPED ਕੋਰਸ ਵਾਲੀਆਂ ਹੀ ਹਨ। ਸੋ 3rd ਪੁਆਇੰਟ ਹੈ BPED ਡਿਪਲੋਮਾ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਡਿਪਲੋਮਾ। ਇਹ ਡਿਪਲੋਮਾ ਕੋਰਸ ਗ੍ਰੈਜੂਏਸ਼ਨ ਤੋਂ ਬਾਅਦ 2 ਸਾਲ 'ਚ ਕਰਵਾਇਆ ਜਾਂਦਾ ਹੈ। ਪਹਿਲਾਂ ਇਹ ਕੋਰਸ ਗ੍ਰੈਜੂਏਸ਼ਨ ਤੋਂ ਬਾਅਦ 1 ਸਾਲ ਦਾ ਕਰਵਾਇਆ ਜਾਂਦਾ ਸੀ, ਜਿਸ ਨੂੰ DPED ਕਿਹਾ ਜਾਂਦਾ ਸੀ, ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ। ਪਰ ਅੱਜ ਇਸ ਦਾ ਨਾਮ ਬਦਲ ਕੇ BPED ਡਿਪਲੋਮਾ ਰੱਖ ਦਿੱਤਾ ਗਿਆ ਹੈ, ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ, ਔਰ ਗ੍ਰੈਜੂਏਸ਼ਨ ਤੋਂ ਬਾਅਦ 2 ਸਾਲ 'ਚ ਕਰਵਾਇਆ ਜਾਂਦਾ ਹੈ। ਦਾਖਲੇ ਦੇ ਲਈ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ, ਜਿਵੇਂ ਕਿ ਗ੍ਰੈਜੂਏਸ਼ਨ ਦੀ ਡਿਗਰੀ ਕਿਸੇ ਵੀ ਸਟਰੀਮ ਦੇ ਵਿੱਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਣੀ ਚਾਹੀਦੀ ਹੈ। ਸਰੀਰਕ ਯੋਗਤਾ ਟੈਸਟ ਪਾਸ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਕਈ ਯੂਨੀਵਰਸਿਟੀਆਂ ਵੱਲੋਂ ਇਸ ਕੋਰਸ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਖੇਡ ਵਿੱਚ ਰਾਜ ਪੱਧਰ 'ਤੇ, ਨੈਸ਼ਨਲ ਪੱਧਰ 'ਤੇ ਜਾਂ ਇਸ ਤੋਂ ਉੱਪਰ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ। ਪਰ ਕਈ ਸੰਸਥਾਵਾਂ ਵਿੱਚ ਕਿਸੇ ਮਾਨਤਾ ਪ੍ਰਾਪਤ ਖੇਡ ਵਿੱਚ ਖੇਡੇ ਹੋਣ ਦੀ ਸ਼ਰਤ ਲਾਗੂ ਨਹੀਂ ਹੁੰਦੀ। ਇਸ ਤੋਂ ਇਲਾਵਾ ਜੇਕਰ ਕਿਸੇ ਵਿਦਿਆਰਥੀ ਕੋਲੇ ਕੋਈ ਸਰਟੀਫਿਕੇਟ ਨਹੀਂ ਹੈ ਔਰ ਉਸਦੇ ਸਟੱਡੀ ਵਿੱਚੋਂ ਨੰਬਰ ਜ਼ਿਆਦਾ ਹਨ ਤਾਂ ਉਹ ਵੀ ਵਿਦਿਆਰਥੀ ਇਹਦੇ ਵਿੱਚ ਕੋਰਸ ਵਿੱਚ ਹਿੱਸਾ ਲੈ ਸਕਦਾ ਹੈ। ਨੈਕਸਟ ਹੈ MPED ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ। ਹਰੇਕ ਵਿਸ਼ੇ ਦੀ ਤਰ੍ਹਾਂ ਸਰੀਰਕ ਸਿੱਖਿਆ ਵਿਸ਼ੇ ਵਿੱਚ ਵੀ ਮਾਸਟਰ ਡਿਗਰੀ ਕਰਵਾਈ ਜਾਂਦੀ ਹੈ, ਜਿਸ ਨੂੰ MPED ਕਿਹਾ ਜਾਂਦਾ ਹੈ। ਇਹ ਕੋਰਸ 2 ਸਾਲਾਂ ਦਾ ਕੋਰਸ ਹੈ। ਵਿਦਿਆਰਥੀ ਇਸ ਕੋਰਸ ਦੇ ਨਾਲ ਸਕੂਲ ਕਾਲਜ ਦੇ ਵਿੱਚ ਲੈਕਚਰਰ ਵਜੋਂ ਕੰਮ ਕਰ ਸਕਦਾ ਹੈ। ਪਹਿਲਾਂ ਇਹ ਕੋਰਸ 1 ਸਾਲ ਦਾ ਹੋਇਆ ਕਰਦਾ ਸੀ, ਸੋ ਹੁਣ ਇਸ ਦਾ ਸਮਾਂ ਜਿਹੜਾ ਉਹ ਬਦਲ ਦਿੱਤਾ ਗਿਆ ਹੈ, ਜਿਹੜਾ ਕਿ 2 ਸਾਲ ਕਰ ਦਿੱਤਾ ਗਿਆ ਹੈ। ਸੋ ਦਾਖਲਾ ਲੈਣ ਦੇ ਲਈ ਯੋਗਤਾ ਜਿਹੜੀ ਹੈ ਉਹ ਇਸ ਤਰ੍ਹਾਂ ਹੈ। MPED ਵਿੱਚ ਦਾਖਲਾ ਲੈਣ ਦੇ ਲਈ ਵਿਦਿਆਰਥੀਆਂ ਨੇ 2 ਸਾਲਾ BPED ਜਾਂ 4 ਸਾਲਾ BPE ਡਿਗਰੀ ਕੀਤੀ ਹੋਣੀ ਚਾਹੀਦੀ ਹੈ। ਸਰੀਰਕ ਯੋਗਤਾ ਟੈਸਟ ਪਾਸ ਕਰਨਾ ਬਹੁਤ ਜ਼ਰੂਰੀ ਹੈ। BPED ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਮੈਰਿਟ ਬਣਾਈ ਜਾਂਦੀ ਹੈ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਦੇ ਵਾਧੂ ਅੰਕ ਦਿੱਤੇ ਜਾਂਦੇ ਹਨ। ਨੈਕਸਟ ਪੁਆਇੰਟ ਹੈ ਮਾਸਟਰ ਆਫ ਫਿਲਾਸਫੀ MPhil। ਪੂਰੇ ਭਾਰਤ ਦੇ ਵਿੱਚ ਕਈ ਯੂਨੀਵਰਸਿਟੀਆਂ MPhil ਦੀ ਡਿਗਰੀ ਕਰਵਾਉਂਦੀਆਂ ਹਨ। ਇਹ ਇੱਕ ਰਿਸਰਚ ਦਾ ਕੋਰਸ ਹੁੰਦਾ ਹੈ। ਇਸ ਕੋਰਸ ਦੇ ਵਿੱਚ ਖੋਜ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਸੋ ਇਸ ਦੇ ਲਈ 2 ਸਾਲ ਦਾ ਸਮਾਂ ਵੀ ਲੱਗ ਸਕਦਾ ਹੈ। ਸੋ ਦਾਖਲੇ ਦੇ ਲਈ ਜਿਹੜੀਆਂ ਸ਼ਰਤਾਂ ਉਹ ਹੇਠ ਲਿਖੇ ਅਨੁਸਾਰ ਹਨ। ਇਸ ਵਿੱਚ ਦਾਖਲੇ ਦੇ ਲਈ MPED ਵਿੱਚੋਂ ਘੱਟ ਤੋਂ ਘੱਟ 55% ਅੰਕ ਦਾ ਹੋਣਾ ਬਹੁਤ ਜ਼ਰੂਰੀ ਹੈ। ਯੂਨੀਵਰਸਿਟੀਆਂ ਵੱਲੋਂ ਲਈ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਜਿਹੜੀ ਪਾਸ ਕਰਨਾ ਬਹੁਤ ਜ਼ਰੂਰੀ ਹੈ। ਜੋ ਐਂਟਰੈਂਸ ਟੈਸਟ ਯੂਨੀਵਰਸਿਟੀ ਵੱਲੋਂ ਲਿਆ ਜਾਂਦਾ ਹੈ ਉਹ ਪਾਸ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਜਿਹੜਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੁੰਦਾ ਹੈ ਉਹ ਜ਼ਰੂਰੀ ਨਹੀਂ ਹੈ। ਸੋ ਐਂਟਰੈਂਸ ਟੈਸਟ ਹੀ ਇਸ ਲਈ ਬਹੁਤ ਜ਼ਿਆਦਾ ਮਹੱਤਵ ਹੈ। ਸੋ ਲਾਸਟ ਦੇ ਵਿੱਚ ਹੈ ਡਾਕਟਰ ਆਫ ਫਿਲਾਸਫੀ PhD।
ਇਸ ਡਿਗਰੀ ਨੂੰ ਭਾਰਤ ਦੇ ਵਿੱਚ ਕਈ ਯੂਨੀਵਰਸਿਟੀਆਂ ਕਰਵਾਉਂਦੀਆਂ ਹਨ। ਇਹ ਡਿਗਰੀ ਜਿਹੜੀ ਹੈ ਉਹ ਰੈਗੂਲਰ ਕਰਵਾਈ ਜਾਂਦੀ ਹੈ। ਇਸ ਡਿਗਰੀ ਵਿੱਚ ਵਿਦਿਆਰਥੀ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਖੋਜਾਂ ਕਰਦੇ ਹਨ, ਜੋ ਖਿਡਾਰੀਆਂ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੀਆਂ ਹਨ। ਇਹ ਡਿਗਰੀ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਡਾਕਟਰੇਟ ਦੀ ਉਪਾਧੀ ਦਿੱਤੀ ਜਾਂਦੀ ਹੈ ਅਤੇ ਵਿਦਿਆਰਥੀ ਜੋ ਹੈ ਉਹ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਐਜ਼ ਏ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਸਕਦੇ ਹਨ। ਸੋ ਅੱਜ ਦਾ ਸਾਡਾ ਇਹ ਟੋਪਿਕ ਇੱਥੇ ਹੀ ਸਮਾਪਤ ਹੁੰਦਾ ਹੈ। ਜੇਕਰ ਬੱਚਿਆਂ ਨੂੰ ਇਹ ਟੋਪਿਕ ਵਧੀਆ ਲੱਗਿਆ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।